हेलो डियर स्टूडेंट, खेड़ा मैथ सब विच तुहाडा वेलकम है। ਅੱਜ ਆਪਾਂ ਨੰਬਰ ਥਿਊਰੀ ਦਾ ਲਾਸਟ ਪਾਰਟ ਕਰਨ ਜਾ ਰਹੇ ਹਾਂ। ਤਾਂ ਇਹਦੇ ਵਿੱਚ ਦੇਖੋ ਕੀ ਹੈ। ਲਾਸਟ ਵੀਡੀਓ 'ਚ ਆਪਣਾ ਥੋੜਾ ਪਾਰਟ ਰਹਿ ਗਿਆ ਸੀ, ਅੱਜ ਉਹਨੂੰ ਕੰਟੀਨਿਊ ਕਰਦੇ ਹਾਂ। ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓ ਦੇ ਕਮੈਂਟ ਜ਼ਰੂਰ ਕਰਿਆ ਕਰੋ, ਠੀਕ ਹੈ, ਕਿਵੇਂ ਦਾ ਲੱਗਿਆ। ਤਾਂ ਦੇਖੋ ਇੱਕ ਕੁਐਸਚਨ ਸੀ ਲਾਸਟ ਵੀਡੀਓ 'ਚ, ਫਾਈਂਡ ਦਾ ਰਿਮਾਈਂਡਰ when s equal to 1 factorial 2 factorial 3 factorial up to some 1000 factorial modulo 4 ਕਹਿੰਦੇ ਸਮ ਹੈਗਾ modulo 4 ਅੰਡਰ ਅਸੀਂ ਦੱਸਣਾ ਹੈ ਕਹਿੰਦਾ ਕਿੰਨਾ ਰਿਮਾਈਂਡਰ ਆਇਆ। ਠੀਕ ਹੈ, ਤਾਂ ਦੇਖੋ ਕਿਵੇਂ ਕਰਾਂਗੇ। modulo 4 ਦਾ ਮਤਲਬ ਕੀ ਹੈ ਵੀ ਜਿੱਥੇ ਵੀ ਸਾਨੂੰ 4 ਵੇਖ ਗਿਆ ਉਹਦੀ ਜਗ੍ਹਾ ਤੇ ਅਸੀਂ 0 ਪਾ ਦੇਣਾ। ਜਿੱਥੇ ਵੀ 4 ਦੇਖ ਗਿਆ ਉਹਦੀ ਜਗ੍ਹਾ ਤੇ 0। ਤਾਂ ਹੁਣ ਦੇਖੋ ਆ 4 ਦਾ ਫੈਕਟੋਰੀਅਲ ਇਹਦੇ ਚ 4 ਆਏਗਾ, ਬਿਲਕੁਲ ਆਏਗਾ, ਮਤਲਬ ਇਹ 0। ਇਹਦੇ ਤੋਂ ਬਾਅਦ ਕੀ ਆਏਗਾ 5 ਦਾ ਫੈਕਟੋਰੀਅਲ, ਤੇ 5 ਦੇ ਫੈਕਟੋਰੀਅਲ ਚ ਦੇਖੋ ਫਿਰ ਕੀ ਆਏਗਾ 4 ਆਏਗਾ, ਇਹਦੀ ਜਗ੍ਹਾ ਤੇ 0, ਸਾਰਾ ਕੀ ਬਣ ਜਾਏਗਾ 0। ਇਹਦਾ ਮਤਲਬ 6 ਦਾ ਫੈਕਟੋਰੀਅਲ 0, 7 ਦਾ ਫੈਕਟੋਰੀਅਲ 0, ਇਹ ਸਾਰੇ ਕੀ ਬਣ ਜਾਣਗੇ 0 ਬਣ ਜਾਣਗੇ। ਤਾਂ ਸਿਰਫ ਸਾਡੇ ਕੋਲ ਕੀ ਬਚਿਆ, ਸਾਡੇ ਕੋਲ ਬਚਿਆ 1 ਦਾ ਫੈਕਟੋਰੀਅਲ 2 ਦਾ ਫੈਕਟੋਰੀਅਲ 3 ਦਾ ਫੈਕਟੋਰੀਅਲ, ਬਾਕੀ ਤਾਂ ਸਾਰੇ ਕੀ ਬਣ ਗਿਆ 0। ਤੇ ਇਹ ਦੇਖੋ ਕਿੰਨਾ ਆਨਸਰ ਆਉਂਦਾ ਹੈ 1 ਦਾ ਫੈਕਟੋਰੀਅਲ 1 ਪਲੱਸ 2 ਦਾ ਫੈਕਟੋਰੀਅਲ 2 3 ਦਾ ਫੈਕਟੋਰੀਅਲ 6। ਤੇ ਅਸੀਂ ਦੇਖਣਾ ਕਿੰਦੇ ਚ ਮੋਡੂਲੋ 4 ਚ, ਇਹ ਕਿੰਨਾ ਆ ਗਿਆ 9। ਤਾਂ 9 ਸਾਨੂੰ ਪਤਾ ਹੈ, 9 ਨੂੰ ਅਸੀਂ ਕਿਵੇਂ ਲਿਖ ਸਕਦੇ ਆ 8 + 1। ਤੇ ਮੋਡੂਲੋ 4 ਕੀ ਕਹਿੰਦਾ ਹੈ ਜਿੰਨੇ 4 ਦੇ ਮਲਟੀਪਲ ਨੇ ਉਹਨਾਂ ਦੀ ਜਗ੍ਹਾ ਤੇ ਕੀ ਲਿਖ ਦੇਣਾ ਹੁੰਦਾ ਆਪਾਂ 0। ਤਾਂ 0 + 1 ਮੋਡੂਲੋ 4, ਤਾਂ ਕਿੰਨਾ ਆ ਗਿਆ 1 ਮੋਡੂਲੋ 4। ਇਹ ਸਾਡੇ ਕੋਲ ਕੀ ਆ ਗਿਆ ਰਿਮਾਈਂਡਰ ਆ ਗਿਆ। ਠੀਕ ਹੈ, ਇਹ ਕੀ ਆ ਗਿਆ ਸਾਡੇ ਕੋਲ ਰਿਮਾਈਂਡਰ ਆ ਗਿਆ। ਤਾਂ ਐਵੇਂ ਆਪਾਂ ਇਨ ਸੋਲੂਸ਼ਨ ਦੇਣਾ ਸੀ। ਠੀਕ ਹੈ, ਤਾਂ ਨੈਕਸਟ ਦੇਖੋ ਆਪਾਂ ਫਾਈ ਫੰਕਸ਼ਨ ਨੂੰ ਡਿਸਕਸ ਕਰ ਲਿਆ ਸੀ ਕਿ ਫਾਈ n ਕੀ ਹੁੰਦਾ ਹੈ ਕਿ ਨੰਬਰ ਲੈਸ ਦੈਨ n ਐਂਡ ਕੋ-ਪ੍ਰਾਈਮ ਵਿਦ n। ਤਾਂ ਉਹ ਆਪਾਂ ਫਾਈ n ਕਰ ਲਿਆ ਸੀ। ਦੋ ਸਾਡੇ ਕੋਲ ਅਰਥਮੈਟਿਕ ਫੰਕਸ਼ਨ ਹੋ ਰਹੇ ਸੀ, ਉਹ ਕਿਹੜੇ ਸੀ dn ਜਾਂ tau n ਨੂੰ ਆਪਾਂ ਲਿਖਿਆ ਸੀ। dn ਦਾ ਮਤਲਬ ਹੁੰਦਾ ਹੈ ਕਿ ਨੰਬਰ ਆਫ ਪੋਜ਼ਿਟਿਵ ਡਿਵਾਈਜ਼ਰ ਆਫ n। ਤਾਂ ਦੇਖੋ ਇੱਕ ਆਪਾਂ ਥਿਊਰਮ ਕੀਤੀ ਸੀ, ਕਹਿੰਦੇ ਕੋਈ ਮਰਜ਼ੀ ਸਾਡੇ ਕੋਲ ਨੰਬਰ ਹੋਵੇ ਪੋਜ਼ਿਟਿਵ ਇੰਟੀਜ਼ਰ ਹੋਏ, ਅਸੀਂ ਉਹਨੂੰ ਪ੍ਰਾਈਮ ਦੀ ਪ੍ਰੋਡਕਟ ਵਿੱਚ ਲਿਖ ਸਕਦੇ ਹਾਂ ਯੂਨੀਕ ਵੇ ਨਾਲ। ਤੇ ਆ ਦੇਖੋ ਸਾਡੇ ਕੋਲ ਕੀ ਹੈ ਇੱਕ n, ਤਾਂ ਕੋਈ ਮਰਜ਼ੀ ਨੰਬਰ ਦਿੱਤਾ ਹੈ ਅਸੀਂ ਉਹਨੂੰ ਇਸ ਫਾਰਮ 'ਚ ਲਿਖ ਸਕਦੇ ਹਾਂ, ਆ ਸਾਰੇ ਪ੍ਰਾਈਮ ਨੇ ਤੇ ਆ ਸਮ ਪ੍ਰਾਈਮਸ ਦੀ ਪਾਵਰ ਆ ਗਿਆ। ਫੋਰ ਐਗਜ਼ਾਮਪਲ ਸਾਡੇ ਕੋਲ ਦੇਖੋ 80 ਹੈ, 80 ਨੂੰ ਕਿਵੇਂ ਲਿਖ ਦਾਂਗੇ 2 * 2 * 2 * 2 * 5। ਤੇ ਆ ਦੇਖੋ ਕਿੰਨਾ 2 2 4 2 8 2 16 5 80, ਇਹ ਆ ਗਿਆ। ਤੈਨੂੰ ਕਿਵੇਂ ਲਿਖਤਾ 2⁴ 5⁴1। ਤਾਂ ਆਪ ਦੇਖੋ ਸਾਡੇ ਕੋਲ p1 ਫਸਟ ਪ੍ਰਾਈਮ ਆ ਉੱਪਰ ਵਾਲੀ ਪਾਵਰ k1 ਬਣ ਗਈ, ਆ p2 ਉੱਪਰ ਵਾਲੀ ਪਾਵਰ k2 ਬਣ ਗਈ। ਤਾਂ ਐਵੇਂ ਕਿਸੇ ਵੀ ਨੰਬਰ ਨੂੰ ਅਸੀਂ ਪ੍ਰਾਈਮ ਦੀ ਪ੍ਰੋਡਕਟ 'ਚ ਲਿਖ ਸਕਦੇ ਹਾਂ ਸਮ ਪਾਵਰ। ਠੀਕ ਹੈ, ਤਾਂ ਦੇਖੋ ਹੁਣ ਆਪਣੇ ਕੋਲ ਕੀ ਹੈ ਕਿ ਅਗਰ ਸਾਡੇ ਕੋਲ ਕੋਈ ਨੰਬਰ ਹੈ ਇੰਟੀਜ਼ਰ, ਅਸੀਂ ਉਹਨੂੰ ਪ੍ਰਾਈਮ ਦੀ ਪ੍ਰੋਡਕਟ 'ਚ ਤੋੜ ਲਿਆ, ਫਿਰ ਅਸੀਂ ਉਹਦਾ ਕੀ ਦੇਖਣਾ ਹੈ ਡਿਵਾਈਜ਼ਰ ਆਫ n, ਕਿ n ਦੇ ਕਿੰਨੇ ਪੋਜ਼ਿਟਿਵ ਡਿਵਾਈਜ਼ਰ ਹੋਣਗੇ। ਇਹ ਅਸੀਂ ਲਿਖਤਾ ਤੇ ਇਹ ਕੀ ਆ ਗਿਆ d ਆਫ ਇਹ ਪ੍ਰਾਈਮ ਦੀ ਪ੍ਰੋਡਕਟ ਆ ਗਈ। ਤੇ ਸਾਨੂੰ ਵੈਸੇ ਤਾਂ ਇਹਦਾ ਡਾਇਰੈਕਟ ਆਨਸਰ ਲਿਖਿਆ ਹੈ ਕੀ ਹੈ ਕਿ ਜਿੰਨੀ ਪਾਵਰ ਹੈ ਪ੍ਰਾਈਮ ਦੀ +1, ਸੈਕਿੰਡ ਪ੍ਰਾਈਮ ਨੰਬਰ ਹੈ ਜਿਹੜੀ ਉਹਦੀ ਪਾਵਰ ਹੈ ਉਹਦੇ ਚ 1 ਐਡ ਕਰੋ, ਐਵੇਂ ਸਾਰੇ ਆਪਾਂ ਐਡ ਕਰ ਸਕਦੇ ਹਾਂ। ਠੀਕ ਹੈ, ਅਦਰਵਾਈਜ਼ ਕੀ ਹੈ ਸਾਨੂੰ ਪਤਾ ਹੈ, ਮੈਂ ਤੁਹਾਨੂੰ ਕਿਹਾ ਸੀ ਕਿ ਇਹ ਕਿਹੜੇ ਨੇ, ਇਹ ਮਲਟੀਪਲੀਕੇਟਿਵ ਫੰਕਸ਼ਨ ਨੇ, ਇਹ ਅਲੱਗ-ਅਲੱਗ ਹੋ ਜਾਂਦੇ ਨੇ। ਅਗਰ ਐਵੇਂ ਨਹੀਂ ਲਿਖਣਾ ਤੇ ਅਸੀਂ ਇਹਨੂੰ ਐਵੇਂ ਕਰ ਦਿੰਨੇ ਆ, ਇਧਰ ਦੇਖੋ dp1k1 dp2k2 up to soon dprk। ਤਾਂ ਇਹਦਾ ਆਨਸਰ k1 + 1 k2 + 1 up to soon kr + 1। ਤੇ ਇਹ ਇਹਦਾ ਜਨਰਲ ਫਾਰਮੂਲਾ ਹੈ। ਠੀਕ ਹੈ, ਹੁਣ ਆਪਾਂ ਇੱਕ ਐਗਜ਼ਾਮਪਲ ਕਰਦੇ ਹਾਂ ਟਰਾਈ। ਕਹਿੰਦੇ d80 ਕਿੰਨਾ ਹੋਏਗਾ, ਪਹਿਲਾਂ d80 ਦੇਖਦੇ ਹਾਂ। ਪਹਿਲਾਂ 80 ਦੇ ਅਸੀਂ ਕੀ ਬਣਾਣੇ ਆ ਫੈਕਟਰ। ਅਸੀਂ ਇੱਥੇ ਬਣਾਏ ਸੀ 80 ਨੂੰ ਕੀ ਲਿਖਤਾ ਸੀ 16 * 5, ਇਹ 2⁴ ਇਹ 5⁴1। ਤਾਂ ਕਿੰਨਾ ਬਣ ਗਿਆ 2⁴1 5⁴1। ਅਗਰ ਦੇਖੋ ਪੇਪਰ 'ਚ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਾਂ ਪਹਿਲਾਂ ਅਲੱਗ-ਅਲੱਗ ਕਰੀਏ, ਸਾਨੂੰ ਇੰਨਾ ਪਤਾ ਲੱਗ ਚੁੱਕਿਆ ਕਿ ਕੀ ਕਰਨਾ ਹੈ ਡਿਵਾਈਜ਼ਰ ਨਿਕਾਲਨੇ ਨੇ। ਡਿਵਾਈਜ਼ਰ ਕੀ ਕਰਨਾ ਹੈ, ਇਹ ਪ੍ਰਾਈਮ ਹੈ ਇਹਦੀ ਪਾਵਰ 'ਚ ਇੱਕ ਐਡ ਕਰ ਦੋ ਇਨਟੂ ਇਹਦੀ ਪਾਵਰ ਕਿੰਨੀ ਹੈ, ਆ ਪ੍ਰਾਈਮ ਹੈ ਇਹਦੀ ਪਾਵਰ ਹੈ ਇੱਕ ਐਡ ਕਰ ਦੋ, ਕਿੰਨਾ ਆ ਗਿਆ 5 * 2। ਤਾਂ ਸਾਡੇ ਕੋਲ ਕਿੰਨੇ ਡਿਵਾਈਜ਼ਰ ਆ ਗਿਆ ਪੋਜ਼ਿਟਿਵ ਡਿਵਾਈਜ਼ਰ 80 ਦੇ 10 ਆ ਗਏ। ਠੀਕ ਹੈ,
ਤਾਂ ਦੂਜੀ ਗੱਲ ਵੇਖੋ ਇੱਥੇ ਕਦੇ ਵੀ ਐਵੇਂ ਨਹੀਂ ਹੋਣਾ ਚਾਹੀਦਾ 6 ਦੀ ਪਾਵਰ 1 ਹੋਇਆ ਤੇ ਅਸੀਂ ਉੱਥੇ ਇਹ ਫਾਰਮੂਲਾ ਨਹੀਂ ਲਗਾਉਣਾ, ਨੀਚੇ ਸਾਡੇ ਕੋਲ ਪ੍ਰਾਈਮ ਨੰਬਰ ਹੋਣੇ ਚਾਹੀਦੇ ਨੇ ਫਿਰ ਹੀ ਫਾਰਮੂਲਾ ਲਗਾਉਣਾ ਹੈ, ਠੀਕ ਹੈ। ਤਾਂ ਨੈਕਸਟ ਆ ਗਿਆ ਸਾਡੇ ਕੋਲ ਸਿਗਮਾ n। ਸਿਗਮਾ n ਦਾ ਕੀ ਮਤਲਬ ਸੀ ਕਿ ਸਮ ਆਫ ਡਿਵਾਈਜ਼ਰਸ ਆਫ n, ਇੱਕ ਨੰਬਰ ਹੈ ਉਹਦੇ ਜਿਹੜੇ ਡਿਵਾਈਜ਼ਰਸ ਨੇ ਸਾਰਿਆਂ ਦਾ ਸਮ ਕਿੰਨਾ ਹੋਏਗਾ, ਠੀਕ ਹੈ। ਜਿੰਨਾ ਉਹਨਾਂ ਦਾ ਸਮ ਹੋਏਗਾ ਉਹ ਆਪਾਂ ਨਿਕਾਲਣਾ ਹੈ, ਕਿਉਂਕਿ ਵੈਸੇ ਤਾਂ ਮੰਨ ਲਓ ਆਪਾਂ ਨੂੰ ਦੇਖੋ 80 ਦੇਤਾ, ਆਪਾਂ 80 ਦੀ ਗੱਲ ਕਰਦੇ ਹਾਂ, ਇਹਦੇ ਪਹਿਲਾਂ ਡਿਵਾਈਜ਼ਰ ਨਿਕਾਲੋ ਫਿਰ ਐਡ ਕਰੋ, ਇਹ ਤਾਂ ਬਹੁਤ ਪੰਗਾ ਹੈ ਤੇ ਆਪਾਂ ਉਵੇਂ ਨਹੀਂ ਕਰਨਾ। ਉਹਦਾ ਆਪਾਂ ਡਾਇਰੈਕਟ ਫਾਰਮੂਲਾ ਦੇਖੋ ਕੀ ਹੈ ਕਿ n ਹੈ, n ਨੂੰ ਅਸੀਂ ਪ੍ਰਾਈਮ ਦੀ ਪ੍ਰੋਡਕਟ ਚ ਤੋੜ ਲਿਆ ਐਵੇਂ ਦੀ ਫਾਰਮ ਚ ਇਹ ਬਣਾਤਾ, ਤਾਂ ਉਹ ਕਹਿੰਦੇ ਇਹਦਾ ਸਾਰੇ ਡਿਵਾਈਜ਼ਰ ਦਾ ਸਮ ਨਿਕਾਲਣ ਦਾ ਕੀ ਵੇ ਹੈ, ਫਸਟ ਪ੍ਰਾਈਮ ਉਠਾਓ, ਸਾਨੂੰ ਪਤਾ ਹੈ ਇਹ ਕੀ ਹੋ ਜਾਂਦਾ ਹੈ ਅਲੱਗ-ਅਲੱਗ ਹੋ ਜਾਂਦਾ, ਮਲਟੀਪਲੀਕੇਟਿਵ ਫੰਕਸ਼ਨ ਹੈ ਤੇ ਮਲਟੀਪਲੀਕੇਟਿਵ ਫੰਕਸ਼ਨ ਹੈ ਤੇ ਉਹ ਕਹਿੰਦੇ ਸਪੋਜ਼ ਐਵੇਂ ਹੈ ਤੁਹਾਡੇ ਕੋਲ, ਠੀਕ ਹੈ। ਤੇ ਇਹਦੇ ਡਿਵਾਈਜ਼ਰ ਦਾ ਸਮ ਕਿੰਨਾ ਹੁੰਦਾ ਹੈ, ਕਹਿੰਦੇ ਜਿੰਨੀ ਪਾਵਰ ਹੈ ਇੱਕ ਪਾਵਰ ਤੁਸੀਂ ਇਨਕਰੀਜ਼ ਕਰੋ -1, ਨੀਚੇ ਕੀ ਕਰੋ ਜਿੰਨਾ ਪ੍ਰਾਈਮ ਹੈ ਉਹਦੇ ਚੋਂ -1, ਇਹ ਹੋ ਗਿਆ। ਤਾਂ ਇਹ ਇੱਕ ਯਾਦ ਰੱਖ ਲਿਆ, ਸਾਨੂੰ ਇੱਕ ਯਾਦ ਹੋਣਾ ਚਾਹੀਦਾ। ਆਹ ਦੇਖੋ ਕੀ ਹੈ, ਕਾਫੀ ਪ੍ਰਾਈਮ ਦੀ ਪ੍ਰੋਡਕਟ ਹੈ, ਤੁਸੀਂ ਕੀ ਕਰੋ ਇਹ ਅਲੱਗ-ਅਲੱਗ ਹੋ ਜਾਣਗੇ, ਅਲੱਗ-ਅਲੱਗ ਹੋ ਜਾਣਗੇ ਤਾਂ ਪਹਿਲੇ ਵਾਲੇ ਦਾ ਅਸੀਂ ਆਹ ਵਾਲਾ ਆਨਸਰ ਲਿਖਤਾ, ਦੂਜੇ ਵਾਲੇ ਦਾ ਅਸੀਂ ਇਹ ਵਾਲਾ ਪ੍ਰੋਡਕਟ ਚ ਲਿਖਤਾ ਕਿਉਂਕਿ ਮਲਟੀਪਲੀਕੇਟਿਵ ਫੰਕਸ਼ਨ ਹੈ, ਅਪ ਟੂ ਸੋਨ r ਵਾਲੇ ਦਾ ਆ ਲਿਖਤਾ, ਠੀਕ ਹੈ। ਤਾਂ ਇਹ ਛੋਟੇ ਛੋਟੇ ਫਾਰਮ ਆ ਇੱਕ ਛੋਟਾ ਯਾਦ ਰੱਖ ਲਓ, ਆ ਤਾਂ ਆਪਾਂ ਨੂੰ ਪਤਾ ਹੀ ਹੈ ਮਲਟੀਪਲੀਕੇਟਿਵ ਅਲੱਗ-ਅਲੱਗ ਹੋ ਜਾਏਗਾ ਤੇ ਆਪਾਂ ਇੱਕ ਯਾਦ ਰੱਖਾਂਗੇ ਉਹ ਤੋਂ ਸਾਰਾ ਆਪਣਾ ਸੋਲਵ ਹੋ ਜਾਏਗਾ, ਠੀਕ ਹੈ। ਤਾਂ ਇਹਦੀ ਆਪਾਂ ਹੈਲਪ ਲੈ ਕੇ ਦੇਖੋ ਇੱਕ ਕੀ ਕਰਦੇ ਆ, ਕੁਐਸਚਨ ਕਰਦੇ ਆ ਸੋਲਵ। ਜਿਵੇਂ ਸਿਗਮਾ 80 ਇਹਦਾ ਮਤਲਬ ਦੇਖੋ, ਇਹ ਸਾਨੂੰ ਪਤਾ ਹੀ ਹੋਣਾ ਚਾਹੀਦਾ ਕਿ ਉਹਨਾਂ ਨੇ ਸਿਗਮਾ ਪੁੱਛਿਆ ਤੇ ਇਹਦਾ ਮਤਲਬ ਕੀ ਹੈ ਸਮ ਆਫ ਡਿਵਾਈਜ਼ਰ ਆਫ n, dn ਦਾ ਮਤਲਬ ਓਨਲੀ ਡਿਵਾਈਜ਼ਰ ਆਫ n ਤੇ phi n ਦਾ ਮਤਲਬ ਨੰਬਰ ਲੈਸ ਦੈਨ n ਐਂਡ ਕੋ ਪ੍ਰਾਈਮ ਵਿਦ n। ਤਾਂ ਦੇਖੋ ਸਿਗਮਾ 80 ਕਿਵੇਂ ਆਏਗਾ, ਸਿਗਮਾ 80 ਸਾਨੂੰ ਪਤਾ ਹੈ 2 raised to power 4 5 raised to power 1 ਤੇ ਇਹ ਕੀ ਹੋ ਜਾਂਦਾ ਹੈ ਅਲੱਗ-ਅਲੱਗ ਹੋ ਜਾਂਦਾ ਹੈ, ਸਾਨੂੰ ਲੋੜ ਨਹੀਂ, ਸਾਨੂੰ ਪਤਾ ਹੈ ਡਾਇਰੈਕਟ ਆਨਸਰ। ਕੀ ਕਰਾਂਗੇ 2 raised to power 4 ਹੈ, ਇੱਕ ਇਨਕਰੀਜ਼ ਕਰੋ 5 -1 ਨੀਚੇ 2 -1, ਹੁਣ 5 raised to power ਇਹਦੇ ਇੱਕ ਪਾਵਰ ਇਨਕਰੀਜ਼ ਕਰੋ ਤਾਂ 2 -1 ਨੀਚੇ 5 -1, ਠੀਕ ਹੈ। ਇਹ ਕਿੰਨਾ ਆ ਗਿਆ 2 raised to power 5 ਕਿੰਨਾ ਹੈ, ਸਾਨੂੰ ਪਤਾ ਹੈ 2 2s are 4 4 4s are 16 32 32 -1 ਨੀਚੇ ਤਾਂ 1 ਹੀ ਹੈ, ਇੱਥੇ 25 -1 24 ਨੀਚੇ ਕਿੰਨਾ 4, ਇੱਥੋਂ ਕੱਟ ਕਰਕੇ 6 ਆ ਗਿਆ 31 into 6। ਤਾਂ ਦੇਖੋ ਕਿੰਨਾ ਆ ਗਿਆ ਸਾਡੇ ਕੋਲ ਆਨਸਰ ਆ ਗਿਆ 31 into 6 ਤਾਂ ਆ ਗਿਆ 186, ਠੀਕ ਹੈ। ਤਾਂ ਇਹ ਸਾਡੇ ਕੋਲ ਸਿਗਮਾ 80 ਦਾ ਮਤਲਬ ਸਮ ਆਫ ਡਿਵਾਈਜ਼ਰਸ ਆਫ n, ਠੀਕ ਹੈ। ਤਾਂ ਨੈਕਸਟ ਸਟੂਡੈਂਟ ਇਹ ਵਾਲਾ ਤੁਸੀਂ ਆ ਦੇਖੋ ਕੁਐਸਚਨ ਨੇ 3, ਇਹ ਤੁਹਾਡੇ ਲਈ ਨੇ ਸਿਗਮਾ 144 d144 phi 144 ਤੇ ਸਾਰੇ ਸਟੂਡੈਂਟਸ ਨੇ ਇਹਨੂੰ ਸੋਲਵ ਕਰਕੇ ਜਲਦੀ ਤੋਂ ਜਲਦੀ ਕਮੈਂਟ ਕਰਨਾ ਹੈ, ਇਹਦਾ ਆਨਸਰ ਦੇਣਾ ਹੈ, ਕਿੰਨਾ ਆਨਸਰ ਆਂਦਾ ਹੈ, ਠੀਕ ਹੈ। ਤੇ ਆਪਾਂ ਦੇਖਦੇ ਹਾਂ ਨੈਕਸਟ। ਹਾਂਜੀ ਸਟੂਡੈਂਟ ਕੁਝ ਕੁ ਇੰਪੋਰਟੈਂਟ ਥਿਊਰਮਸ ਨੇ ਨੰਬਰ ਥਿਊਰੀ ਦੀਆਂ ਜਿਨ੍ਹਾਂ ਦੇ ਰਿਜ਼ਲਟਸ ਆਪਾਂ ਯੂਜ਼ ਕਰਾਂਗੇ, ਉਹ ਦੇਖੋ ਕਿਵੇਂ ਕਰਾਂਗੇ। ਜਿਵੇਂ ਫਸਟ ਆਫ ਆਲ ਸਾਡੇ ਕੋਲ ਕੀ ਹੈ ਆਇਲਰਸ ਥਿਊਰਮ, ਠੀਕ ਹੈ। ਆਇਲਰਸ ਥਿਊਰਮ ਦਾ ਕੀ ਰਿਜ਼ਲਟ ਹੈ, ਕਹਿੰਦੇ let m be any integer and am ਦਾ GCD ਕਿੰਨਾ ਹੈ 1 ਹੈ। ਕਹਿੰਦੇ ਸਾਡੇ ਕੋਲ m ਕੋਈ ਇੰਟੀਜ਼ਰ ਹੈ, a ਕੋਈ ਨੰਬਰ ਹੈ, ਇਹਨਾਂ ਦੋਵਾਂ ਦਾ GCD ਕਿੰਨਾ ਹੈ 1 ਹੈ। ਕਹਿੰਦੇ ਅਗਰ ਇਹ ਚੀਜ਼ ਹੋਏ ਤਾਂ ਡੈਫੀਨਿਟਲੀ ਇਹ ਰਿਜ਼ਲਟ ਹੋਲਡ ਕਰਦਾ ਹੀ ਕਰਦਾ ਹੈ। ਕੀ ਹੋਲਡ ਕਰਦਾ ਹੈ ਕਿ a raised to power 5m ਕਿੰਦੇ ਕੰਗਰੂਐਂਟ ਹੁੰਦੀ ਹੈ 1 ਮੋਡੂਲੋ m ਦੇ। ਮਤਲਬ ਸੁਣੋ ਦੇਖੋ ਇੱਥੇ ਕੀ ਹੈ 3 and 8 ਦਾ GCD ਕਿੰਨਾ ਹੈ 1, ਤਾਂ 3 and 8 ਦਾ GCD 1 ਹੈ ਤੇ ਅਸੀਂ ਡਾਇਰੈਕਟ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਹ ਚੀਜ਼ ਹੋਏਗੀ ਕਿ 3 raised to power 5 ਕੰਗਰੂਐਂਟ 1 ਮੋਡੂਲੋ m ਹੋਏਗਾ, ਠੀਕ ਹੈ। ਕਿਉਂਕਿ ਸਾਨੂੰ ਸਿਰਫ ਇੰਨਾ ਪਤਾ ਸੀ ਕਿ 3 ਤੇ 8 ਦਾ GCD 1 ਹੈ ਤਾਂ 3 raised to power 5 ਕੰਗਰੂਐਂਟ 1 ਮੋਡੂਲੋ 8। ਉਹ ਕਿਵੇਂ ਸੁਣੋ ਦੇਖੋ 5 8 ਪਹਿਲਾਂ ਨਿਕਾਲੋ ਕਿੰਨਾ ਹੈ 5 8 ਮਤਲਬ 5 2 raised to power 3, 8 ਨੂੰ 2 raised to power 3 ਲਿਖ ਦਿੰਦੇ ਆ ਤੇ 5 ਅਸੀਂ ਵੇਖਿਆ ਸੀ ਕਿੰਨਾ 2 raised to power 19 ਪਾਵਰ -2 raised to power 1 ਘਟਾ ਕੇ ਤਾਂ ਕਿੰਨਾ ਆ ਗਿਆ 8 4 4 ਆ ਗਿਆ। ਤੇ ਆਪ ਆਪਾਂ ਚੈੱਕ ਕਰੀਏ ਕਿ 3 raised to power 4 ਕੰਗਰੂਐਂਟ 1 ਮੋਡੂਲੋ 8 ਆਂਦਾ ਹੈ। ਅਸੀਂ ਇਧਰ ਦੇਖੀਏ 3 raised to power 4 ਕਿੰਨਾ ਹੁੰਦਾ ਹੈ 3 3s are 9 3s are 27 3s are 81
ਤਾਂ 81 ਕੌਂਗਰੂਐਂਟ 1 ਮੋਡੂਲੋ 8 ਬਿਲਕੁਲ ਸਹੀ ਹੈ ਜੀ। ਦੇਖੋ 8 ਡਿਵਾਈਡ ਕਰਦਾ, ਅਗਰ ਇਹਨਾਂ ਦੋਨਾਂ ਨੂੰ ਮਾਈਨਸ ਕਰਦਾ, ਦੋਨਾਂ ਨੂੰ ਮਾਈਨਸ ਕਰਾ ਤੇ 80 ਆਂਦਾ ਹੈ, ਮਤਲਬ 8 ਇਹਨੂੰ ਡਿਵਾਈਡ ਕਰਦਾ ਹੈ। ਇਹ ਦੋਨੋਂ ਕੀ ਨੇ? ਕੌਂਗਰੂਐਂਟ ਨੇ। ਜਾਂ ਵੈਸੇ ਸੋਚੀਏ ਕਿ ਇਹਦੇ ਵਿੱਚੋਂ 8 ਦੇ ਮਲਟੀਪਲ ਖਤਮ ਕਰ ਦਈਏ, ਮਤਲਬ 80 ਤਾਂ 0 ਬਣ ਜਾਏਗਾ, ਰਹਿ ਗਿਆ ਕੀ 1, ਮਤਲਬ ਕੌਂਗਰੂਐਂਟ ਆ ਗਿਆ। ਤਾਂ ਇਹ ਰਿਜ਼ਲਟ ਅਸੀਂ ਡਾਇਰੈਕਟ ਯੂਜ਼ ਕਰ ਸਕਦੇ ਹਾਂ ਕਿ ਅਗਰ ਕਿਸੇ ਦੋ ਨੰਬਰ ਦਾ GCD 1 ਹੈ ਤਾਂ ਫਿਰ ਕੀ ਹੁੰਦਾ ਹੈ, ਉਹ ਦੂਜੇ ਨੰਬਰ ਦੀ ਪਾਵਰ ਇੱਥੇ 5 ਲਗਾ ਕੇ ਦੇਖੋਗੇ ਤਾਂ ਉਹ 1 ਦੇ ਕੌਂਗਰੂਐਂਟ ਆਏਗਾ। ਇਹ ਥਿਊਰਮ ਦਾ ਨਾਮ ਕੀ ਹੈ? ਆਇਲਰ ਥਿਊਰਮ। ਕਿਤੇ ਵੀ ਪੇਪਰ 'ਚ ਇਹ ਰਿਜ਼ਲਟ ਦਿਖ ਜੇ, ਉਹ ਥਿਊਰਮ ਦਾ ਨਾਮ ਪੁੱਛਣ ਤਾਂ ਫਿਰ ਥਿਊਰਮ ਦਾ ਨਾਮ ਕੀ ਹੈ? ਆਇਲਰ ਥਿਊਰਮ। ਠੀਕ ਹੈ, ਆਈ ਹੋਪ ਕਲੀਅਰ ਹੋ ਗਿਆ ਹੋਣਾ। ਤਾਂ ਨੈਕਸਟ ਦੇਖੋ, ਆਪਣੇ ਕੋਲ ਨੈਕਸਟ ਆ ਗਿਆ ਥਿਊਰਮ ਦਾ ਨਾਮ ਹੈ ਫਰਮਟ ਥਿਊਰਮ। ਠੀਕ ਹੈ, ਫਰਮਸ ਥਿਊਰਮ ਹੀ ਕਹਿੰਦੇ ਨੇ ਔਰ ਆਪਾਂ ਫਰਮਟ ਥਿਊਰਮ ਹੀ ਕਹਿੰਦੇ ਆ। ਠੀਕ ਹੈ, ਤਾਂ ਫਰਮਟ ਥਿਊਰਮ ਕੀ ਹੈ? ਕਹਿੰਦੇ P ਕੋਈ ਪ੍ਰਾਈਮ ਨੰਬਰ ਹੈ and A belong to Z such that P not divide A। ਕਹਿੰਦੇ ਸਾਡੇ ਕੋਲ ਕੋਈ ਪ੍ਰਾਈਮ ਨੰਬਰ P ਹੈਗਾ, A ਇੱਕ ਹੋਰ ਇੰਟੀਜਰ ਹੈ ਬਟ P ਉਹਨੂੰ ਡਿਵਾਈਡ ਨਹੀਂ ਕਰਦਾ, ਤਾਂ ਫਿਰ ਕੀ ਹੁੰਦਾ ਹੈ? then A raised to power P minus 1 congruent 1 modulo P। ਕੁਝ ਵੀ ਨਹੀਂ ਹੈਗਾ, ਆਈਓ ਥਿਊਰਮ ਹੈ। ਆਈਓ ਥਿਊਰਮ ਨੂੰ ਵੇਖੋ ਉਹਨਾਂ ਨੇ ਨਵਾਂ ਨਾਮ ਫਰਮਟ ਦੇਤਾ। ਫਰਮਟ ਕਿਉਂ ਦਿੱਤਾ? ਸਿਰਫ ਇਹਦੇ ਚ ਪ੍ਰਾਈਮ ਦੀ ਗੱਲ ਕੀਤੀ, ਉਹਦੇ ਚ ਓਵਰਆਲ ਸਾਰਿਆਂ ਦੀ ਕੀਤੀ ਹੈ। ਇੱਕ ਗੱਲ ਸੁਣੋ, ਅਗਰ P A ਨੂੰ ਡਿਵਾਈਡ ਨਹੀਂ ਕਰਦਾ, ਕੋਈ ਪ੍ਰਾਈਮ ਹੈ, ਸਪੋਜ਼ 3 not divide 8, ਸਹੀ ਹੈ, ਤੇ ਇਹਦਾ ਮਤਲਬ 3 ਤੇ 8 ਦਾ ਫਿਰ GCD ਕਿੰਨਾ ਹੋਏਗਾ? 1 ਹੋਏਗਾ। ਆਪਣੇ ਕੋਲ ਕੋਈ ਪ੍ਰਾਈਮ ਹੈ, ਉਹ ਕਿਸੇ ਨੰਬਰ ਨੂੰ ਨਹੀਂ ਡਿਵਾਈਡ ਕਰ ਰਿਹਾ, ਮਤਲਬ ਉਹਦੇ ਨਾਲ ਉਹਦਾ GCD 1 ਹੋਣਾ, ਤਾਂ ਹੀ ਨਹੀਂ ਡਿਵਾਈਡ ਕਰ ਰਿਹਾ। P not divide, ਇਹਦਾ ਮਤਲਬ ਅਗਰ ਮੈਂ ਇਹਨੂੰ ਛੱਡ ਕੇ ਇੱਥੇ ਆਵਾਂ, P not divide A, ਤੇ A ਤੇ P ਦਾ GCD ਕਿੰਨਾ ਬਣ ਗਿਆ? 1 ਬਣ ਗਿਆ। A ਤੇ P ਦਾ GCD 1, ਬਟ ਆਇਲਰ ਥਿਊਰਮ ਨੇ ਕੀ ਕਿਹਾ ਸੀ? ਅਗਰ GCD 1 ਹੋਵੇ ਤਾਂ A raised to power 5P congruent 1 modulo P। ਤੇ ਮੈਨੂੰ ਪਤਾ ਹੈ ਪ੍ਰਾਈਮ ਦਾ phi ਕੀ ਹੁੰਦਾ ਹੈ? ਸਿਰਫ 1 ਮਾਈਨਸ ਕਰ ਦੋ ਤਾਂ A raised to power P minus 1 congruent 1 modulo P। ਤਾਂ ਸੇਮ ਰਿਜ਼ਲਟ ਆ ਗਿਆ। ਇਹਦਾ ਮਤਲਬ ਹੈ ਕਿ ਜਦੋਂ ਉਹ ਸਿਰਫ ਪ੍ਰਾਈਮ ਦੀ ਗੱਲ ਕਰਨਗੇ ਤਾਂ ਥਿਊਰਮ ਹੈਗੀ ਆਇਲਰ ਹੀ ਹੈ, ਉਹ ਕੀ ਬਣ ਜਾਂਦੀ ਹੈ? ਫਰਮਟ ਥਿਊਰਮ ਬਣ ਜਾਂਦੀ ਹੈ। ਤੇ ਜਨਰਲ ਚ ਕੀ ਹੈ? A raised to power P congruent A modulo P, ਕਿਉਂਕਿ A ਤੇ P ਦਾ ਕੋਈ ਲਿੰਕ ਹੀ ਨਹੀਂ ਹੈਗਾ ਤੇ ਅਸੀਂ ਬੋਥ ਸਾਈਡ A ਮਲਟੀਪਲਾਈ ਕਰਤਾ, ਕੋਈ ਫਰਕ ਨਹੀਂ ਪਏਗਾ ਤੇ ਇਹਦੇ ਤੋਂ A ਬਣ ਗਿਆ। ਠੀਕ ਹੈ, ਇਹ ਸੀ ਸਾਡੇ ਕੋਲ ਫਰਮਟ ਥਿਊਰਮ। ਨੈਕਸਟ ਆ ਗਿਆ ਸਾਡੇ ਕੋਲ ਵਿਲਸਨ ਥਿਊਰਮ। ਠੀਕ ਹੈ, ਵਿਲਸਨ ਥਿਊਰਮ ਨੇ ਕੀ ਕਿਹਾ ਸੀ? ਕਹਿੰਦੇ ਸਾਡੇ ਕੋਲ ਕੋਈ ਇੰਟੀਜਰ P ਹੈਗਾ ਤੇ ਉਹ ਕੀ ਹੈ? ਪ੍ਰਾਈਮ ਹੈ। P ਇੱਕ ਪ੍ਰਾਈਮ ਹੈ if and only if P minus 1 ਦਾ ਫੈਕਟੋਰੀਅਲ congruent minus 1 modulo P। ਕਿ ਬਹੁਤ ਇੰਪਲਾਈਜ਼ ਦੇਖੋ ਰਿਜ਼ਲਟ ਪ੍ਰੂਵ ਹੋ ਰਿਹਾ। ਕਹਿੰਦੇ ਅਗਰ P ਪ੍ਰਾਈਮ ਹੈ ਤਾਂ ਇਹ ਰਿਜ਼ਲਟ ਹੋਲਡ ਕਰਦਾ ਹੈ, ਅਗਰ ਇਹ ਰਿਜ਼ਲਟ ਹੋਲਡ ਕਰਦਾ ਹੈ ਤਾਂ P ਡੈਫੀਨਿਟਲੀ ਪ੍ਰਾਈਮ ਹੋਏਗਾ। ਦੇਖੋ ਇਹਦਾ ਕਨਵਰਸ ਟਾਈਪ ਨਾ ਇੱਕ ਐਵੇਂ ਆ ਜਾਂਦਾ ਹੈ। ਦੇਖੋ ਐਵੇਂ ਲਿਖ ਦੇਣਗੇ ਕਿ n minus 1 congruent minus 1 modulo n। ਇਹ ਕਹਿੰਦੇ ਦੱਸੋ ਕਦੋਂ ਰਿਜ਼ਲਟ ਹੋਲਡ ਕਰਦਾ ਹੈ? ਇੱਥੇ ਆ ਜਾਏਗਾ n 1 3 7 ਕੁਝ ਐਵੇਂ ਦਾ ਦੇ ਦੇਗਾ, ਬਟ ਆਪਣਾ ਜਿਹੜਾ ਐਗਜ਼ੈਕਟ ਜਿਹੜਾ ਟਰੂ ਆਨਸਰ ਹੋਏਗਾ ਉਹ ਕਿਹੜਾ ਹੋਏਗਾ? ਵੇਅਰ n ਇਜ਼ ਅ ਪ੍ਰਾਈਮ। ਠੀਕ ਹੈ, n ਇੱਥੇ ਪ੍ਰਾਈਮ ਹੋਣਾ ਚਾਹੀਦਾ। ਤਾਂ ਐਵੇਂ ਵੀ ਆ ਸਕਦਾ ਆਪਣੇ ਕੋਲ। ਤਾਂ ਨੈਕਸਟ ਦੇਖੋ ਇਹਦੇ ਵਿੱਚ ਆਪਾਂ ਕੀ ਵੇਖਣਾ ਹੈ? ਕਹਿੰਦੇ ਜਦੋਂ P ਪ੍ਰਾਈਮ ਹੋਏਗਾ ਤੇ ਫਿਰ ਆਪਣੇ ਕੋਲ ਇਹ ਰਿਜ਼ਲਟ ਹੋਲਡ ਹੋਏਗਾ। ਮੈਂ ਇੱਕ ਵਾਰੀ ਚੈੱਕ ਕੀਤਾ, ਮੈਂ ਕਿਹਾ P ਕਿੰਨਾ ਹੈ? 3 ਹੈ, ਹਨਾ? P 3 ਹੈ। ਵੈਸੇ ਵੀ ਜਦੋਂ ਐਵੇਂ ਦੀ ਕੋਈ ਸ਼ਕਲ ਵਿਖੇ ਨਾ ਤੇ ਮਤਲਬ ਉੱਥੇ ਵਿਲਸਨ ਹੀ ਥਿਊਰਮ ਲੱਗਣੀ ਹੈ। ਜਦੋਂ ਵੀ ਕਿਤੇ ਕੁਐਸਚਨਸ ਦੇ ਵਿੱਚ ਤੁਹਾਨੂੰ ਫੈਕਟੋਰੀਅਲ ਵਗੈਰਾ ਚੀਜ਼ ਵਿਖੇ ਤਾਂ ਉੱਥੇ ਵਿਲਸਨ ਹੀ ਅਪਲਾਈ ਹੁੰਦੀ ਹੈ। ਤਾਂ P 3 ਹੈ ਤਾਂ ਇੱਥੇ ਮਤਲਬ ਕੀ ਆ ਗਿਆ? ਇਹਨੂੰ ਆਪਾਂ ਚੈੱਕ ਕਰੀਏ ਥਿਊਰਮ ਨੂੰ। ਅਸੀਂ ਤਾਂ ਕਿਹਾ ਪ੍ਰਾਈਮ ਹੋਵੇ ਤਾਂ ਆ ਚੀਜ਼ ਹੋਲਡ ਕਰਦੀ, ਅਸੀਂ ਪੁੱਟ ਕਰਤਾ। ਕਿੰਨਾ ਆ ਗਿਆ? P 3। ਤਾਂ 3 minus 1 ਦਾ ਫੈਕਟੋਰੀਅਲ ਮਤਲਬ 2 ਫੈਕਟੋਰੀਅਲ, 2 ਫੈਕਟੋਰੀਅਲ ਮਤਲਬ 2 ਤੇ congruent minus 1 modulo 3। ਅਸੀਂ ਚੈੱਕ ਕਰੀਏ, ਦੇਖੋ ਇਹਨੂੰ ਇੱਧਰ ਲੈ ਆਓ, 2 plus 1 3, 3 ਨੂੰ 3 ਡਿਵਾਈਡ ਕਰਦਾ ਹੈ ਤਾਂ ਮਤਲਬ ਇਹ ਕੀ ਹੋਣਗੇ? congruent ਹੋਣਗੇ। ਠੀਕ ਹੈ, ਇਹ ਸੀ ਸਾਡੇ ਕੋਲ ਵਿਲਸਨ ਥਿਊਰਮ। ਨੈਕਸਟ ਬੜਾ ਹੀ ਇੰਪੋਰਟੈਂਟ ਹੈ ਪਰਫੈਕਟ ਨੰਬਰ। ਠੀਕ ਹੈ, ਪਰਫੈਕਟ ਨੰਬਰ ਕਿਹੜੇ ਹੁੰਦੇ ਨੇ? ਕਿੰਨਾ ਨੰਬਰਾਂ ਨੂੰ ਅਸੀਂ ਪਰਫੈਕਟ ਬੋਲਦੇ ਹਾਂ? ਕਹਿੰਦੇ a positive number is said to be perfect if n is equal to the sum of all its positive divisor excluding n itself। ਇਹਦਾ ਮਤਲਬ ਕੀ ਹੈ? ਕਹਿੰਦੇ ਪਰਫੈਕਟ ਨੰਬਰ ਉਹਨਾਂ ਨੂੰ ਕਹਿੰਦੇ ਨੇ ਵੀ ਜਿੰਦੇ ਵਿੱਚ ਕੀ ਹੋਣ, ਜਿੰਨੇ ਵੀ ਹੁੰਦੇ ਸਾਰੇ ਡਿਵਾਈਜ਼ਰ ਨੇ ਸਾਰਿਆਂ ਦਾ ਕੀ ਲੈ ਲਓ? ਸਮ।
बट सम दे विच की नहीं लेना, वो नंबर आप नहीं लेना। हरेक नंबर आपदा भी डिवाइजर हुंदा बट उहनूं असीं एक्सक्लूड कर देना, बाहर निकाल देना। ते बाकी जिहड़े डिवाइजर ने उहनां दा सम कितना बनना चाहिए, n जिन्ना बनना चाहिए। एग्जांपल देखो, कहंदे सिग्मा 6 है, सिग्मा 6 है मतलब इहदी वैल्यू की होएगी, इहदे सारे डिवाइजर दा सम 1 भी इहदा डिवाइजर है, 2 भी डिवाइजर है, 3 भी डिवाइजर है, 6 भी डिवाइजर है। तो बट आपा जेड़ा सम वेखना है किंदे इक्वल है, आप नहीं 6 लेना, मतलब ਅਸੀਂ 6 इथों की कर दांगे, रिमूव कर दांगे। आ हुण सारे इंदे किहड़े ने, पॉजिटिव डिवाइजर ने, होर तां नहीं इन्हां तो इलावा कोई। इन्हां दा सम कीता कितना बन गया, 6 बन गया, ओ n च नहीं बन गया, तो मतलब 6 इज अ परफेक्ट नंबर। तो साडे कोल 6 की है, परफेक्ट नंबर। ਉਹ ਕਹਿੰਦੇ सिग्मा लो किसी नंबर ਦਾ, ਉਹਦਾ ਜਿਹੜਾ सम करो, सिग्मा ਦਾ ਜਿਹੜਾ आंसर आएगा ना, सिर्फ ਉਹਦੇ ਚੋਂ ਕੀ माइनस कर दो, n नहीं ਵਿੱਚ ऐड करना, ਤੇ ਜਿਹੜਾ आंसर आएगा ਉਹ ਫਿਰ ਸਾਡੇ ਕੋਲ ਕੀ ਆ ਜਾਏਗਾ, ਉਹ ਸਾਡੇ ਕੋਲ अगर ਤਾਂ n ਦੇ ਇਕੁਅਲ ਵੈਲਿਊ ਆ ਗਈ ਤਾਂ परफेक्ट नंबर, अदरवाइज नॉट परफेक्ट नंबर। ठीक है हाँ जी स्टूडेंट, नेक्स्ट ਆਪਾਂ देखो की करते हैं, प्राइम्स एंड देयर डिस्ट्रीब्यूशंस। थोड़ा जिहा रिजल्ट याद रख लो, हेल्प होएगी ਤੁਹਾਡੇ पेपर च, मास्टर पेपर ਦੇ ਵਿੱਚ जिन्ना आंदा होए उन्ना ही थोड़ा ਹੁੰਦਾ है, क्योंकि मैक्सिमम मार्क्स ਆਪਾਂ गेन करने ने। ਤਾਂ देखो फर्स्ट की है, कहंदे इफ p इज प्राइम एंड p डिवाइड a रेज़ टू पावर k। कहंदे p कोई प्राइम नंबर है, ਉਹ ਕਿਹਨੂੰ ਡਿਵਾਈਡ ਕਰਦਾ ਹੈ, कोई नंबर है उनकी पावर k ਨੂੰ। कहंदे जे p किसी नंबर की पावर k ਨੂੰ डिवाइड करता है तो फिर डेफिनेटली p रेज़ टू पावर k भी डिवाइड करेगा a रेज़ टू पावर k। ठीक है, तो की करेगा, p a दी k ਨੂੰ डिवाइड करता है तो डेफिनेटली फिर p रेज़ टू पावर k भी a रेज़ टू पावर k ਨੂੰ डिवाइड करेगा ही करेगा। ठीक है, नेक्स्ट देखो, अगर इनू एक्सप्लेन करिए ज्यादा तो एक ही बन जाएगी, ये विल्सन थ्योरम ही बन जाएगी। ठीक है, वो कहते n डिवाइड करता है किनू, n प्लस 1 फैक्टोरियल प्लस 1 नु, तो फिर की होएगा, कहते अगर n डिवाइड करता है n माइनस 1 फैक्टोरियल प्लस 1 नु, तो कहते ये चीज उदों ही पॉसिबल है जदों n की होएगा, प्राइम होएगा। ये कुछ भी नहीं राजे, ये साडे कोल विल्सन थ्योरम हैगी है। ठीक है, क्योंकि n नु कंप्लीटली डिवाइड करता है, ते सानू पता है अगर कंप्लीटली डिवाइड करता है फिर n माइनस 1 दा फैक्टोरियल प्लस 1 कॉन्ग्रुएंट 0 मॉडलो n होना चाहिए, डिवाइड करता है तो n डिवाइड दिस थिंग, तो इनका मतलब n माइनस 1 दा फैक्टोरियल आ 1 उधर जाके माइनस 1 मॉडलो n। ते मैं तुहानू दस्सिया सी कि अगर एवें आ जाए तो n की होना चाहिए, प्राइम। ये विल्सन थ्योरम है ना, ਤਾਂ ਇਹ ਕਦੋਂ ਕਰੇਗਾ, ਜਦੋਂ n ਪ੍ਰਾਈਮ ਹੋਏਗਾ। ਦੇਖੋ ਰਾਜੇ, ਉਹਨਾਂ ਨੇ ਇਹਨੂੰ ਹੀ ਤੋੜ ਕੇ ਕੁਛ ਨਾ ਕੁਛ ਨਵਾਂ ਬਣਾ ਕੇ ਸਾਨੂੰ ਦੇ ਦੇਣਾ ਤੇ ਕੰਫਿਊਜ਼ ਨਹੀਂ ਹੋਣਾ, ਥੋੜਾ ਜਿਹਾ ਆਰਾਮ ਨਾਲ ਸੋਚ ਕੇ ਪੇਪਰ 'ਚ ਹੈਂਡਲ ਕਰਨਾ ਹੈ ਹਰ ਇੱਕ ਕੁਐਸਚਨ ਨੂੰ। ਠੀਕ ਹੈ, ਨੈਕਸਟ ਕਹਿੰਦੇ 2 रेज़ टू पावर n माइनस 1 ਇੱਕ ਪ੍ਰਾਈਮ ਨੰਬਰ ਬਣੇਗਾ। ਕਹਿੰਦੇ ਆ ਇੱਕ ਕੀ ਬਣੇਗਾ, n ਪਾਵਰ ਕਰਨ ਤੇ ਪ੍ਰਾਈਮ। ਪਰ ਇਹ ਪ੍ਰਾਈਮ ਉਦੋਂ ਬਣੇਗਾ ਜਦੋਂ n ਵੀ ਕੀ ਹੋਏਗਾ, ਪ੍ਰਾਈਮ ਹੋਏਗਾ। ਕਦੋਂ ਬਣੇਗਾ, ਜਦੋਂ n ਵੀ ਪ੍ਰਾਈਮ ਹੋਏਗਾ। ਨੈਕਸਟ ਦੇਖੋ, कहते अगर n 1 तो वड्डा एक कंपोजिट नंबर है, n की एक कंपोजिट नंबर है, then it must have a prime factor p where p less than root n। हम देखो वैसे भी आपा कीता होया, कहते n कोई भी नंबर है, ਅਸੀਂ ਇਹ ਵੇਖਣਾ ਉਹਦੇ ਡਿਵਾਈਜ਼ਰ ਚੈੱਕ ਕਰਨੇ ਹੋਣ ਤੇ ਅਸੀਂ ਕੀ ਕਰਦੇ ਹਾਂ, ਉਹ ਵੈਸੇ ਇੱਕ ਰਿਜ਼ਲਟ ਹੈ, ਕਹਿੰਦੇ n ਕੰਪੋਜ਼ਿਟ ਨੰਬਰ ਉਹਦੇ ਡਿਵਾਈਜ਼ਰ ਚੈੱਕ ਕਰਨੇ ਨੇ, ਜਾਂ ਇਹ ਇੱਕ ਐਵੇਂ ਦਾ ਵੇ ਹੈਗਾ ਜਿਹਦੇ ਨਾਲ ਅਸੀਂ ਚੈੱਕ ਕਰਦੇ ਹਾਂ ਕਿ ਪ੍ਰਾਈਮ ਨੰਬਰ ਹੈਗਾ ਏ ਕਿ ਨਹੀਂ ਹੈ। ਇਧਰ ਦੇਖੋ, ਜਿਵੇਂ ਸਾਡੇ ਕੋਲ ਆ ਗਿਆ 31, ਹੁਣ 31 ਨੂੰ ਪ੍ਰਾਈਮ ਚੈੱਕ ਕਰਨ ਵਾਸਤੇ ਸਾਨੂੰ ਕੀ ਹੈ, ਪਹਿਲਾਂ 1 ਤੋਂ ਸਟਾਰਟ ਕਰ ਦਈਏ। ਉਹ ਕਹਿੰਦੇ ਇੰਨਾ ਨਹੀਂ ਜ਼ਰੂਰਤ ਹੈਗੀ, ਤੁਸੀਂ ਕੀ ਕਰੋ, 31 ਦਾ ਲਓ ਸਕੁਅਰ ਰੂਟ, ਕਿੰਦੇ ਨੇੜੇ ਤੇੜੇ ਹੈ, लगभग 5 6 ਤਾਂ ਜ਼ਿਆਦਾ ਹੋ ਜਾਏਗਾ, 5 ਤਾਂ ਉਹ ਕਹਿੰਦੇ ਸਿਰਫ ਤੁਸੀਂ 5 ਜਾਂ 5 ਤੋਂ ਛੋਟੇ ਨੰਬਰ ਚੈੱਕ ਕਰੋ, ਅਗਰ ਇਹਨੂੰ ਡਿਵਾਈਡ ਕਰਦੇ ਹੋਣ ਤਾਂ ਇਹ ਕੰਪੋਜ਼ਿਟ ਹੈ, ਅਗਰ ਨਹੀਂ ਕਰਦੇ ਤਾਂ ਇਹ ਡੈਫੀਨਿਟਲੀ ਪ੍ਰਾਈਮ ਹੈ। ਤਾਂ ਸੇਮ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਅਗਰ ਕੰਪੋਜ਼ਿਟ ਨੰਬਰ ਹੈ ਉਹਦੇ ਸਾਡੇ ਕੋਲ ਪ੍ਰਾਈਮ ਫੈਕਟਰ p ਹੋਏਗਾ, ਅਗਰ ਇਹਦੇ ਸਕੁਅਰ ਰੂਟ ਤੋਂ ਛੋਟਾ ਛੋਟਾ ਮਿਲ ਗਿਆ ਤਾਂ ਪ੍ਰਾਈਮ ਫੈਕਟਰ ਹੋਏਗਾ, ਨਹੀਂ ਤਾਂ ਨਹੀਂ ਹੋਣਾ। ਨੈਕਸਟ, ਟਵਿਨ ਪ੍ਰਾਈਮ ਕਿਹੜੇ ਹੁੰਦੇ ਨੇ, कहते दो twin prime are pairs of successive odd integers p and p plus 2। कहते ਐਵੇਂ ਦੇ odd integer ਹੁੰਦੇ ਨੇ ਜਿਨ੍ਹਾਂ 'ਚ ਕਿੰਨਾ ਡਿਫਰੈਂਸ ਹੁੰਦਾ ਹੈ 2 ਦਾ, ਬਟ ਦੋਨੋਂ ਕੀ ਹੋਣੇ ਚਾਹੀਦੇ ਨੇ, ਪ੍ਰਾਈਮ ਹੋਣੇ ਚਾਹੀਦੇ ਨੇ, ਫਿਰ ਉਹਨਾਂ ਨੂੰ ਕੀ ਬੋਲਦੇ ਆ, ਟਵਿਨ ਪ੍ਰਾਈਮ। ਐਗਜ਼ਾਮਪਲ ਦੇ ਲਈ ਦੇਖੋ ਟਵਿਨ ਪ੍ਰਾਈਮ ਕਿਵੇਂ ਦੇ ਨੇ, ਜਿਵੇਂ 3 5, ਦੇਖੋ ਇਹਨਾਂ 'ਚ ਡਿਫਰੈਂਸ ਕਿੰਨਾ ਹੈ, 3 and 5 'ਚ 2 ਦਾ ਡਿਫਰੈਂਸ ਹੈ ਤੇ ਨਾਲੇ ਹੈਗੇ ਵੀ ਕੀ ਨੇ, ਦੋਨੋਂ ਪ੍ਰਾਈਮ ਤੇ ਟਵਿਨ ਪ੍ਰਾਈਮ ਨੇ।
ਜਿਵੇਂ 5 ਐਂਡ 7 ਇਹ ਵੀ ਕੀ ਨੇ ਟਵਿਨ ਪ੍ਰਾਈਮ ਹੈ। ਤੇ ਵੈਸੇ ਹੀ ਯਾਦ ਰੱਖ ਲਿਓ ਪੇਪਰ 'ਚ ਹੀ ਪੁੱਛਿਆ ਜਾਂਦਾ ਹੈ ਕਿ 1 ਤੋਂ 100 ਤੱਕ ਕਿੰਨੇ ਟਵਿਨ ਪ੍ਰਾਈਮ ਆਉਂਦੇ ਨੇ, ਤਾਂ 8 ਟਵਿਨ ਪ੍ਰਾਈਮ ਆਉਂਦੇ ਨੇ, 8 ਪੇਅਰ ਬੰਦੇ ਆ, ਠੀਕ ਹੈ। ਨੈਕਸਟ ਆ ਗਿਆ ਪ੍ਰਮਿਟਿਵ ਰੂਟ ਕੀ ਹੁੰਦਾ ਹੈ, ਠੀਕ ਹੈ। ਇਹ ਵੀ ਟੌਪਿਕ ਹੈ ਆਪਣਾ ਮਾਸਟਰ ਕੈਡਰ ਦਾ। ਕਹਿੰਦੇ ਪ੍ਰਮਿਟਿਵ ਰੂਟ ਕਿਹੜੇ ਹੁੰਦੇ ਨੇ, ਇਫ a ਐਂਡ n ਦਾ GCD ਕਿੰਨਾ 1, ਅਗਰ a ਤੇ n ਦਾ GCD 1 ਹੈ ਤੇ ਆਰਡਰ a ਦਾ ਅੰਡਰ ਮੋਡੂਲੋ n ਜੇ phi n ਹੋਇਆ ਤਾਂ ਫਿਰ a ਸਾਡੇ ਕੋਲ ਕੀ ਬਣ ਜਾਏਗਾ, ਪ੍ਰਮਿਟਿਵ ਰੂਟ ਬਣ ਜਾਏਗਾ ਅੰਡਰ ਮੋਡੂਲੋ n। ਦੁਬਾਰਾ ਥੋੜਾ ਆਰਾਮ ਨਾਲ ਕਹਿੰਦੇ ਅਗਰ a ਤੇ n ਦਾ GCD ਕਿੰਨਾ 1 ਹੈ, a ਤੇ n ਦਾ GCD ਕਿੰਨਾ 1 ਹੈ ਤੇ ਆਪਾਂ ਕਹਤਾ ਅਗਰ a ਦਾ ਆਰਡਰ ਅੰਡਰ ਮੋਡੂਲੋ n phi n ਹੋਇਆ ਫਿਰ ਪੱਕਾ a ਕੀ ਬਣ ਜਾਏਗਾ, ਮੋਡੂਲੋ n ਦੇ ਅੰਡਰ ਉਹ ਕੀ ਬਣ ਜਾਏਗਾ, परमिटिव रूट बन जाएगा, ठीक है। थोड़ा जा ऑर्डर ते ਆਪਾਂ ਦੇਖਦੇ ਆ, ਬਾਕੀ ਅਦਰ ਡੈਫੀਨੇਸ਼ਨ ਪੜ੍ਹਦੇ ਆ, ਬਟ ਪਹਿਲਾਂ ਮੈਂ ਆਰਡਰ ਤੇ ਥੋੜਾ ਜਿਹਾ ਕਲੀਅਰ ਕਰਦਾ ਆਰਡਰ ਕੀ ਹੈ। ਤਾਂ ਆਰਡਰ ਦੇਖੋ ਉਹਨਾਂ ਨੇ ਕੀ ਕਿਹਾ, ਕਹਿੰਦੇ ਆਰਡਰ ਆਫ 3 ਅੰਡਰ ਮੋਡੂਲੋ 7, ਕਹਿੰਦੇ ਅਸੀਂ 3 ਦਾ ਆਰਡਰ ਦੇਖਣਾ ਹੈ ਮੋਡੂਲੋ 7 ਦੇ ਅੰਡਰ, ਠੀਕ ਹੈ। 3 ਦਾ ਆਰਡਰ ਨਿਕਾਲਦੇ ਆ, ਪਹਿਲਾਂ ਸਾਨੂੰ ਇਹ ਪਤਾ ਹੈ 3 ਤੇ 7 ਦਾ GCD ਕਿੰਨਾ ਹੈ 1 ਹੈ, 3 ਤੇ 7 ਦਾ GCD 1 ਹੈ। ਆਰਡਰ ਕੀ ਹੁੰਦਾ ਹੈ, ਵੇਖੋ ਜਿਵੇਂ ਵੈਸੇ ਤਾਂ ਸਾਨੂੰ ਪਤਾ ਇਸ 3 ਦੇ ਤੇ ਕਿਹੜੀ ਥਿਉਰਮ ਲੱਗੀ, ਆਈਗਰ ਥਿਉਰਮ ਲੱਗੀ। 3 5 7 ਕੋਂਗਰੂਐਂਟ 1 ਮੋਡੂਲੋ 7 मतलब 3 रेज़ टू पावर 6 ਕੋਂਗਰੂਐਂਟ 1 ਮੋਡੂਲੋ 7। डायरेक्ट रिजल्ट है क्या साडे कोल, क्योंकि 5 7 प्राइम है ते प्राइम दा 5 की ਹੁੰਦਾ, एक घटा ਦਿਓ बस ये आ गया आंसर। अदर देखो ਆਪਾਂ ਕਿਵੇਂ ਚੈੱਕ ਕਰਾਂਗੇ, 3 रेज़ टू पावर 1 3 ਮੋਡੂਲੋ 7, 3 रेज़ टू पावर 2 करोगे 9 ਵਿੱਚੋਂ 7 ਮਾਈਨਸ ਕਰੋ 2 ਮੋਡੂਲੋ, ਇਹ ਕਿੰਨਾ 2 ਆ ਗਿਆ। ਇੱਥੇ 3 ਕਰੋਗੇ ਤੇ ਕਿੰਨਾ ਕਿ 27 ਤੇ ਇੱਥੇ 28, ਤਾਂ ਇੱਥੇ -1 ਬਚ ਗਿਆ, ਜਾਂ ਐਵੇਂ ਤੁਸੀਂ -1 ਲਿਖ ਲਓ, ਪਰ ਆਪਾਂ ਮਾਈਨਸ 'ਚ ਨਹੀਂ ਜਾਂਦੇ ਤਾਂ 3 3 are 9 27 ਬਣ ਗਿਆ, ਤਾਂ 7 3 are 21 ਮੋਡੂਲੋ 6 ਸੌਰੀ 6 ਬਚਿਆ ਮੋਡੂਲੋ 7 ਅੰਡਰ। ਉਹ ਕਹਿੰਦੇ ਐਵੇਂ ਚੈੱਕ ਕਰਦੇ ਜਾਓ ਤੁਸੀਂ, ਜਦੋਂ ਸਭ ਤੋਂ ਪਹਿਲਾਂ ਜਿਹੜੀ ਪਾਵਰ ਇਹਨੂੰ 1 ਬਣਾਏਗੀ ਅਸੀਂ ਉਹ ਚੈੱਕ ਕਰਨਾ ਹੈ, ਠੀਕ ਹੈ। ਉਹ ਕੀ ਹੋਣੀ ਚਾਹੀਦੀ, ਜਿਹੜੀ ਸਭ ਤੋਂ ਪਹਿਲਾਂ ਇਹਨੂੰ 1 ਬਣਾਉਣ ਵਾਲੀ ਪਾਵਰ, ਉਹ ਇਹਦਾ phi ਹੋਣਾ ਚਾਹੀਦਾ, ਉਹ ਇਹਦਾ ਕੀ ਹੋਣਾ ਚਾਹੀਦਾ phi। ਜੇ ਇਹਦਾ 5 ਹੋਇਆ ਤਾਂ ਪੱਕਾ ਫਿਰ 3 ਕੀ ਹੋਏਗਾ, ਪਰਮਿਟਿਵ ਰੂਟ ਹੋਏਗਾ 7 ਦਾ। ਅਸੀਂ ਦੇਖੋ ਚੈੱਕ ਕੀਤਾ 1 2 3 4 5 ਵੀ ਚੈੱਕ ਕਰੋਗੇ ਉਹ ਇਹਨੂੰ 1 ਨਹੀਂ ਬਣਾਏਗਾ। ਇਹਨੂੰ ਕੌਣ 1 ਬਣਾ ਰਿਹਾ, ਸਭ ਤੋਂ ਪਹਿਲਾਂ 6 ਪਾਵਰ, ਤੇ 6 ਕੀ ਹੈ, ਉਹ ਇਹਦਾ ਮੋਡੂਲੋ ਹੈ, ਉਹ ਇਹਦਾ ਕੀ ਹੈ, ਸੌਰੀ phi ਹੈ। 6 ਕੀ ਹੈ, ਇਹਦਾ phi ਹੈ, ਤਾਂ ਫਿਰ 3 ਕੀ ਬਣ ਗਿਆ ਸਾਡੇ ਕੋਲ। ਪਹਿਲੀ ਗੱਲ ਇਹਦਾ ਜਿਹੜਾ ਆਰਡਰ ਆ ਗਿਆ 3 ਦਾ ਅੰਡਰ ਮੋਡੂਲੋ 7 ਉਹ ਕਿੰਨਾ ਆ ਗਿਆ 6। ਤੇ ਉਹ ਕਹਿੰਦੇ ਅਗਰ ਆਰਡਰ ਤੁਹਾਡਾ ਜਿੰਦੇ ਵੇਖ ਰਹੇ ਹੋ ਮੋਡੂਲੋ ਅੰਡਰ ਉਹਦੇ phi ਦੇ ਇਕੁਅਲ ਆ ਗਿਆ ਤਾਂ ਫਿਰ ਆਹ ਵਾਲਾ ਨੰਬਰ ਤੁਹਾਡਾ ਕੀ ਬਣ ਜਾਂਦਾ ਹੈ, ਪਰਮਿਟਿਵ ਰੂਟ ਬਣ ਜਾਂਦਾ ਹੈ। ਕੀ ਬਣ ਜਾਂਦਾ ਹੈ, ਪਰਮਿਟਿਵ ਰੂਟ ਬਣ ਜਾਂਦਾ ਹੈ। ਤਾਂ ਹੁਣ ਇੱਕ ਤਾਂ ਸਾਨੂੰ ਆਰਡਰ ਪਤਾ ਲੱਗ ਗਿਆ, ਆਰਡਰ ਕੀ ਹੁੰਦਾ ਜਿਹੜਾ ਸਭ ਤੋਂ ਪਹਿਲਾਂ 1 ਬਣਾਵੇ ਉਹ ਆਰਡਰ ਹੁੰਦਾ ਹੈ। ਤੇ ਦੂਜੇ ਪਾਸੇ ਪਰਮਿਟਿਵ ਰੂਟ ਕਿਹੜਾ ਹੁੰਦਾ ਹੈ, ਜਿਹੜਾ ਇਹਦੀ ਪਾਵਰ ਕਰਾਂ ਜਿੰਨੀ ਪਾਵਰ ਇਹਨੂੰ 1 ਬਣਾ, ਜਿੰਨਾ ਇਹਦਾ ਆਰਡਰ ਆਂਦਾ ਉਹ ਇਹਦਾ ਕੀ ਹੋਣਾ ਚਾਹੀਦਾ phi, ਫਿਰ ਅਸੀਂ ਉਹਨੂੰ ਕੀ ਬੋਲ ਦਾਂਗੇ, ਪਰਮਿਟਿਵ ਰੂਟ। ਤੇ ਹੁਣ ਅਸੀਂ ਇਹ ਚੈੱਕ ਕਰਨਾ ਹੈ ਕਿ 5 ਦੱਸੋ ਪਰਮਿਟਿਵ ਰੂਟ ਹੈਗਾ ਕਿ ਨਹੀਂ ਅੰਡਰ ਮੋਡੂਲੋ 23। ਤੇ ਅਸੀਂ ਇਹ ਚੈੱਕ ਕਰਨਾ ਹੈ ਕਿ 5 ਨੂੰ ਕਿੰਨੀ ਪਾਵਰ ਪਹਿਲਾਂ 1 ਬਣਾਉਂਦੀ ਹੈ। ਅਗਰ 5 ਨੂੰ 1 ਬਣਾਉਣ ਵਾਲੀ ਸਭ ਤੋਂ ਪਾਵਰ ਛੋਟੀ ਕੌਣ ਹੋਈ, ਦੇਖੋ 5 ਤੇ 23 ਦਾ GCD 1, ਆਇਲਰ ਥਿਉਰਮ ਕਹਿੰਦੀ ਹੈ 5 23 ਕੋਂਗਰੂਐਂਟ 1 ਮੋਡੂਲੋ 23 ਹੋਏਗਾ। ਇਹਦਾ ਮਤਲਬ 5 3 ਪ੍ਰਾਈਮ ਹੈ, ਪ੍ਰਾਈਮ ਦਾ ਕੀ ਹੁੰਦਾ, ਇੱਕ ਘਟਾ ਦਿਓ, ਕੋਂਗਰੂਐਂਟ 1 ਮੋਡੂਲੋ 23। ਹੁਣ ਇਹ ਸਾਨੂੰ ਪਤਾ ਲੱਗ ਗਿਆ ਕਿ ਇਹਦਾ ਮਤਲਬ ਇਹ ਕੌਣ ਹੈ ਸਾਡੇ ਕੋਲ 5 ਤੋਂ ਇਹਦੇ ਤੋਂ ਪਹਿਲਾਂ ਕੋਈ ਵੀ ਪਾਵਰ ਇਹਨੂੰ 1 ਨਹੀਂ ਬਣਾਏਗੀ ਅੰਡਰ ਮੋਡੂਲੋ 23। ਇਹਦਾ ਮਤਲਬ 5 ਦਾ ਆਰਡਰ ਕਿੰਨਾ ਹੈ 22, ਤੇ 22 ਕਿੰਦੇ ਇਕੁਅਲ ਹੈ phi of 3 ਦੇ। ਜੇ ਐਵੇਂ ਹੋ ਜਾਵੇ ਤਾਂ ਫਿਰ 5 ਕੀ ਬਣ ਜਾਂਦਾ ਹੈ, ਪਰਮਿਟਿਵ ਰੂਟ ਬਣ ਜਾਂਦਾ ਹੈ। 5 ਇਜ਼ ਪਰਮਿਟਿਵ ਰੂਟ, ਠੀਕ ਹੈ। ਤਾਂ ਉਹ ਕਹਿੰਦੇ ਅਗਰ ਇਹ ਪਰਮਿਟਿਵ ਰੂਟ ਹੈਗਾ ਤਾਂ ਹੋਰ ਇਹਦੇ ਕਿਹੜੇ ਪਰਮਿਟਿਵ ਰੂਟ ਹੋਣਗੇ। ਉਹ ਕਹਿੰਦੇ ਤੁਸੀਂ ਇੱਕ k ਲੈ ਲਓ ਤੇ ਇੱਕ 22 ਲੈ ਲਓ, ਪਾਵਰ ਲੈ ਲਈ, ਜਿੰਨਾ ਦਾ ਵੀ ਇਹਦੇ ਨਾਲ GCD 1 ਹੈ ਉਹ ਸਾਰੇ ਇਹਦੇ ਪਰਮਿਟਿਵ ਰੂਟ ਹੋਣਗੇ। ਤੇ k ਦੀ ਵੈਲਿਊ ਕੀ ਆ ਸਕਦੀ ਹੈ, 1 ਆ ਸਕਦੀ ਹੈ, ਠੀਕ ਹੈ।
2 नहीं आ सकती, 3 आ सकती है, 4 नहीं आ सकती, 5, उसके बाद 7, 9, 11 नहीं आ सकता, 13 आ जाएगा, 14 नहीं आ सकता, 15, 17 और 19 एंड 21। ਤਾਂ ਕਹਿੰਦੇ ਜਦੋਂ ਜਦੋਂ ਤੁਸੀਂ 5 ਦੀ ਪਾਵਰ 1 ਕਰੋਗੇ ਤਾਂ ਵੀ ਉਹ ਇਹਦਾ ਪਰਮਿਟਿਵ ਰੂਟ, 3 ਕਰੋਗੇ ਉਹ ਵੀ ਪਰਮਿਟਿਵ ਰੂਟ, ਇਹਦੇ ਪਰਮਿਟਿਵ ਰੂਟ ਕਿੰਨੇ ਆ ਜਾਣਗੇ ਸਿੰਪਲ। ਬਾਕੀ ਜ਼ਿਆਦਾ ਨਹੀਂ ਕਰਨਾ, ਸਿਰਫ ਸਾਨੂੰ ਪਤਾ ਲੱਗ ਗਿਆ 5 ਇਹਦਾ ਪਰਮਿਟਿਵ ਰੂਟ ਹੈ। ਚੈੱਕ ਕਰਾਂਗੇ ਕਿੰਨੇ ਆਣਗੇ 1 2 3 4 5 6 7 8 9 और 10। ਤਾਂ ਇਹਦੇ ਕਿੰਨੇ ਆ ਗਿਆ 10 ਆ ਗਿਆ। ਮੈਨੂੰ ਪਤਾ ਹੈ ਹਾਲੇ ਕੰਪਲੀਟ ਨਹੀਂ ਕਲੀਅਰ ਹੋਇਆ ਤੇ ਆਪਣਾ ਥੋੜਾ ਜਿਹਾ ਟੌਪਿਕ ਵੀ ਰਹਿ ਗਿਆ, ਚਾਈਨੀਜ਼ ਰਿਮਾਈਂਡਰ ਥਿਊਰਮ ਰਹਿ ਗਈ, ਉਹ ਅਸੀਂ ਨੈਕਸਟ ਵੀਡੀਓ 'ਚ ਮਿਲਦੇ ਹਾਂ। ਤਾਂ ਇੱਕ ਪਾਰਟ ਹੋਰ ਬਣਾਉਣਾ ਪਏਗਾ, ਠੀਕ ਹੈ। ਤਾਂ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਾਓ ਔਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। हाँ स्टूडेंट्स, ये ਜਿਹੜੇ ਦੋ ਪੇਜ ਤੁਹਾਨੂੰ ਦਿਖਾਏ ਗਏ ਨੇ ਇਹਨਾਂ ਤੇ ਕੁਐਸਚਨ ਲਿਖੇ ਹੋਏ ਨੇ, ਤੁਸੀਂ ਸਕਰੀਨਸ਼ਾਟ ਲੈ ਲਿਓ ਔਰ ਇਹਨਾਂ ਨੂੰ ਸੋਲਵ ਕਰਿਓ, ਠੀਕ ਹੈ। ਸੋਲਵ ਕਰਕੇ ਪੂਰੀ ਅਸਾਈਨਮੈਂਟ ਦੇ ਆਨਸਰ ਤੁਸੀਂ ਕਮੈਂਟ 'ਚ ਲਿਖਣੇ ਨੇ। ਇਹ ਨਹੀਂ ਸੋਚਣਾ ਕਿ ਇੱਕ ਸਟੂਡੈਂਟ ਨੇ ਆਨਸਰ ਪਾਤੇ ਨੇ, ਤੁਸੀਂ ਆਪਦੇ ਆਨਸਰ ਦੇਣੇ ਨੇ, ਠੀਕ ਹੈ। ਪ੍ਰੋਬਲਮਸ ਡਿਸਕਸ ਕੀਤੀਆਂ ਜਾਣਗੀਆਂ ਤੇ ਆਪਾਂ ਅੱਗੇ ਕੰਟੀਨਿਊ ਕਰਾਂਗੇ। ਥੈਂਕ ਯੂ।